ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 94 ਵਿੱਚ ਅੱਜ ਆਪਾਂ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਜਿਨ੍ਹਾਂ ਦਾ ਇੱਕ ਬਚਨ ਕਰੋੜਾਂ ਸਿੱਖਾਂ ਨੂੰ ਕੈਦ ਵਿੱਚੋਂ ਛੁਡਾ ਦੇਵੇ, ਉਹ ਗੁਰੂ ਜੀ ਤੁਰਕ ਬਾਦਸ਼ਾਹ ਦੀ ਕੈਦ ਵਿੱਚ ਪਏ ਹਨ। ਉਸ ਗੁਰੂ ਜੀ ਦਾ ਕੈਦ ਵਿੱਚ ਆਉਣਾ, ਇਹ ਗੁਰਾਂ ਦਾ ਕੌਤਕ ਪਛਾਣੋ। ਜਿਸ ਮੂਰਖ ਨੌਰੰਗੇ ਨੂੰ ਅਕਲ ਨਹੀਂ, ਉਸਨੇ ਇੱਕ ਦਿਨ ਗੁਰੂ ਜੀ ਦਾ ਬਿਰਤਾਂਤ ਚਿਤਵਿਆ। ਹੁਣ ਆਸਾਨੀ ਨਾਲ ਹੀ ਸ਼ਰਾਂ ਵਿੱਚ ਆ ਜਾਣਗੇ ਜਾਂ ਵੱਡੀ ਕਰਾਮਾਤ ਕਰਕੇ ਵਿਖਾਉਣਗੇ। ਇੱਕ ਮਲਾਣੇ ਨੂੰ ਆਪਣੇ ਪਾਸ ਬੁਲਾਇਆ ਤੇ ਆਪਣੇ ਆਸ਼ੇ ਨੂੰ ਉਸ ਦੇ ਪਾਸ ਉਚਾਰਨ ਕੀਤਾ। ਹਿੰਦੂਆਂ ਦਾ ਗੁਰੂ ਮੇਰੀ ਕੈਦ ਵਿੱਚ ਹੈ, ਉਸ ਨੂੰ ਇਸ ਤਰ੍ਹਾਂ ਉਚਾਰਨ ਕਰਕੇ ਸਮਝਾਓ। ਆਪਣੀ ਕਰਾਮਾਤ ਵਿਖਾਓ, ਨਹੀਂ ਤਾਂ ਮੁਸਲਿਮ ਸ਼ਹਿਰਾਂ ਵਿੱਚ ਆ ਜਾਓ। ਮੁਲਾਣੇ ਨੇ ਬਾਦਸ਼ਾਹ ਦੇ ਦਿਲ ਦਾ ਆਸ਼ਾ ਸੁਣਿਆ। ਉਹ ਗੁਰੂ ਜੀ ਦੇ ਮਹਾਤਮ ਨੂੰ ਨਹੀਂ ਸੀ ਜਾਣਦਾ। ਜਿਸ ਥਾਂ ਗੁਰੂ ਜੀ ਕੈਦ ਵਿੱਚ ਬੰਦ ਸਨ, ਉਸ ਥਾਂ ਮੁਲਾਣਾ ਆਇਆ ਤੇ ਬਾਦਸ਼ਾਹ ਦੀ ਕਹੀ ਹੋਈ ਗੱਲ ਉਸਨੇ ਸਾਰੀ ਕਹੀ। ਬਾਦਸ਼ਾਹ ਨੇ ਤੁਹਾਡੇ ਪਾਸ ਭੇਜਿਆ ਹੈ ਤੇ ਕਿਹਾ ਹੈ, ਜੇ ਆਪ ਹਿੰਦੂਆਂ ਦੇ ਗੁਰੂ ਹੋ, ਲੱਖਾਂ ਤੁਹਾਡੇ ਸਿੱਖ ਕਹਾਉਂਦੇ ਹਨ, ਸਾਰੇ ਬਹੁਤ ਪ੍ਰੇਮ ਕਰਕੇ ਤੁਹਾਨੂੰ ਮੰਨਦੇ ਹਨ, ਧਨ ਆਦਿ ਵਸਤਾਂ ਅਰਪਣ ਕਰਦੇ ਹਨ ਤੇ ਤੁਸੀਂ ਗੁਰੂ ਮਹੰਤ ਬਣ ਕੇ ਬੈਠ ਜਾਂਦੇ ਹੋ। ਕਰਾਮਾਤ ਧਾਰਨ ਕਰਕੇ ਗੁਰੂ ਜੀ ਅਖਵਾਉਂਦੇ ਹੋ। ਉਹ ਕਰਾਮਾਤ ਤੁਸੀਂ ਬਾਦਸ਼ਾਹ ਨੂੰ ਵਿਖਾਓ। ਜਿਵੇਂ ਉਹ ਕਹੇ ਉਸ ਤਰ੍ਹਾਂ ਆਪ ਕਰੋ, ਤਾਂ ਕਿ ਉਹ ਤੁਹਾਡੇ ਵੱਡੇ ਪ੍ਰਤਾਪ ਨੂੰ ਸਮਝ ਲਵੇ। ਤਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਤੁਹਾਨੂੰ ਫਿਰ ਅਨੁਪਮ ਵਲੀ ਜਾਣਨਗੇ। ਬਾਦਸ਼ਾਹ ਮੰਨੇਗਾ ਤੇ ਤੁਹਾਨੂੰ ਬਹੁਤ ਧਨ ਦੇਵੇਗਾ। ਸਭ ਤੋਂ ਵੱਡਾ ਤੁਹਾਡਾ ਸਨਮਾਨ ਵਧੇਗਾ। ਸ਼੍ਰੀ ਰਾਮ ਰਾਏ ਨੇ ਜਿਵੇਂ ਰਸ ਰੱਖਿਆ ਹੈ, ਉਹ ਉਸ ਤਰ੍ਹਾਂ ਕਰਦਾ ਰਿਹਾ ਹੈ ਜਿਵੇਂ ਬਾਦਸ਼ਾਹ ਕਹਿੰਦਾ ਸੀ। ਬਾਦਸ਼ਾਹ ਨਾਲ ਉਸ ਦੀ ਬਹੁਤ ਬਣੀ ਹੋਈ ਸੀ। ਉਸਨੇ ਸਭ ਰੀਤੀਆਂ ਨਾਲ ਬਹੁਤ ਵਡਿਆਈ ਲਈ। ਉਸ ਤਰ੍ਹਾਂ ਤੁਹਾਡਾ ਆਦਰ ਹੋਵੇਗਾ। ਜਦ ਬਾਦਸ਼ਾਹ ਤੁਹਾਨੂੰ ਮੰਨੇਗਾ ਤਾਂ ਸਾਰੇ ਤੁਹਾਡੇ ਅੱਗੇ ਝੁਕਣਗੇ। ਜੇ ਤੁਸੀਂ ਕਰਾਮਾਤ ਧਾਰਨ ਨਹੀਂ ਕਰਦੇ ਹੋ ਤਾਂ ਫਿਰ ਆਪ ਸ਼ਰਾਂ ਵਿੱਚ ਆ ਜਾਓ। ਧਨ, ਪਿੰਡ ਤੇ ਹੋਰ ਪਦਾਰਥ ਕਹਿ ਕੇ ਆਪਣਾ ਸਵਾਰਥ ਪੂਰਾ ਕਰੋ ਤੇ ਸਾਰਿਆਂ ਨਾਲ ਇੱਕ ਰੰਗ ਹੋ ਕੇ ਮਿਲ ਜਾਓ। ਬਾਦਸ਼ਾਹ ਫਿਰ ਤੁਹਾਨੂੰ ਬਹੁਤ ਉੱਚੀ ਪਦਵੀ ਦੇਵੇਗਾ। ਦੋਵਾਂ ਵਿੱਚੋਂ ਇੱਕ ਨੂੰ ਮੰਨ ਲਓ ਤਾਂ ਤੁਹਾਡੀ ਸਾਰੀ ਮੁਸ਼ਕਲ ਆਸਾਨ ਹੋ ਜਾਏਗੀ। ਬਾਦਸ਼ਾਹ ਬਹੁਤ ਮੁਲਕਾਂ ਦਾ ਮਾਲਕ ਤੇ ਮਹਾਨ ਬਲਵਾਨ ਹੈ। ਉਹਨਾਂ ਦੇ ਕਹੇ ਨੂੰ ਮੰਨੋ ਤੇ ਆਨੰਦ ਨਾਲ ਰਹੋ। ਮੁਲਾਣੇ ਪਾਸੋਂ ਅਜਿਹੇ ਬਚਨ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੱਸ ਪਏ। ਤੁਹਾਨੂੰ ਖੁਦਾ ਨੇ ਬਾਦਸ਼ਾਹੀ ਦਿੱਤੀ ਹੈ, ਪ੍ਰਜਾ ਨੂੰ ਇਨਸਾਫ ਦੇਣ ਵਾਸਤੇ ਤੁਹਾਨੂੰ ਤਖਤ 'ਤੇ ਬਿਠਾਇਆ ਹੈ। ਜੇ ਤੁਸੀਂ ਪ੍ਰਜਾ ਦਾ ਇਨਸਾਫ ਕਰੋਗੇ ਤਾਂ ਇਸ ਦੇ ਇਵਜ਼ ਵਿੱਚ ਖੁਦਾ ਪਾਸੋਂ ਮਿਹਰ ਪਾਓਗੇ, ਪਰ ਜੇ ਬੇਇਨਸਾਫੀ ਕਰੋਗੇ ਤਾਂ ਪਛਤਾਓਗੇ ਤੇ ਸਭ ਰਾਜ ਅਤੇ ਧਨ ਦੌਲਤ ਗਵਾ ਲਵੋਗੇ। ਕਰਾਮਾਤ ਕਹਿਰ ਦਾ ਨਾਮ ਹੈ। ਸੰਤ ਲੋਕ ਨਹੀਂ ਕਰਦੇ ਹਨ, ਜਾਦੂ ਦੇ ਬਰਾਬਰ ਜਾਣਦੇ ਹਨ। ਜਿਹੜੀ ਵੱਡੀ ਕਰਾਮਾਤ ਕਰਕੇ ਵਿਖਾਉਂਦੇ ਹਨ, ਉਹ ਅਗਲੀ ਦਰਗਾਹ ਵਿੱਚ ਵੱਡੇ ਗੁਨਾਹਗਾਰ ਪਾਏ ਜਾਂਦੇ ਹਨ। ਆਪਣਾ ਆਪਣਾ ਧਰਮ ਸਭ ਨੂੰ ਪਿਆਰਾ ਹੈ। ਜਿਹੜਾ ਵੀ ਕੋਈ ਧਰਮ ਧਾਰਨ ਕਰਦਾ ਹੈ, ਉਹੀ ਧਰਮ ਉਸ ਨੂੰ ਉਤਾਰਦਾ ਹੈ। ਅਸੀਂ ਤਾਂ ਇਹ ਦੋਵੇਂ ਗੱਲਾਂ ਨਹੀਂ ਮੰਨਾਂਗੇ। ਬਾਦਸ਼ਾਹ ਜਿਵੇਂ ਮਨ ਵਿੱਚ ਠੀਕ ਜਾਣਦਾ ਹੈ, ਉਸ ਤਰ੍ਹਾਂ ਹੀ ਕਰ ਲਵੇ। ਜਦ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਗੱਲ ਕੀਤੀ ਤਾਂ ਭਾਈ ਮਤੀ ਦਾਸ ਜੀ, ਗੁਰੂ ਜੀ ਦੇ ਨਿੱਜੀ ਦੀਵਾਨ, ਜਿਹੜੇ ਕਾਫੀ ਲੰਮੇ ਸਮੇਂ ਤੋਂ ਗੁਰੂ ਜੀ ਦੇ ਨਾਲ ਰਹੇ ਸਨ, ਉਹਨਾਂ ਨੇ ਅਜਿਹੀ ਨਿਮਰਤਾ ਵਾਲੀ ਗੱਲ ਸੁਣ ਕੇ ਮਨ ਵਿੱਚ ਬਰਦਾਸ਼ਤ ਨਾ ਕੀਤੀ। ਗੁਰੂ ਜੀ ਦੀ ਸੇਵਾ ਕਰਨ ਦੇ ਤਪ ਨਾਲ ਉਹਨਾਂ ਵਿੱਚ ਬੜੀ ਸ਼ਕਤੀ ਆ ਗਈ ਸੀ। ਉਹ ਮਹਾਨ ਸ਼ਕਤੀ ਉਹਨਾਂ ਵਿੱਚ ਸਮਾਉਂਦੀ ਨਹੀਂ ਸੀ। ਸ਼੍ਰੀ ਸਤਿਗੁਰੂ ਅਤੇ ਮੁਲਾਣੇ ਦੇ ਸੁਣਦਿਆਂ ਭਾਈ ਮਤੀ ਦਾਸ ਬਹੁਤ ਗੁੱਸਾ ਧਾਰ ਕੇ ਬੋਲਿਆ, ਹੇ ਗੁਰੂ ਜੀ, ਤੁਸੀਂ ਇੱਕ ਸ਼ਕਤੀਹੀਨ ਵਾਂਗ ਕਿਵੇਂ ਬੋਲਦੇ ਹੋ? ਮੈਨੂੰ ਅਜਿਹੇ ਬਚਨ ਚੰਗੇ ਨਹੀਂ ਲੱਗਦੇ। ਸਾਰੇ ਗੁਰੂ ਸਾਹਿਬਾਨ ਦੀ ਉੱਤਮ ਜੋਤ
ਆਪ ਵਿੱਚ ਪ੍ਰਕਾਸ਼ ਰਹੀ ਹੈ। ਤੁਰਕਾਂ ਦੀ ਕਠੋਰਤਾ ਹੀ ਖੋਟੀ ਹੈ। ਆਪਣੀ ਸ਼ਕਤੀ ਨੂੰ ਹਟਾਓ ਨਹੀਂ। ਕੈਦ ਵਿੱਚ ਪਏ ਹੋਏ ਕਸ਼ਟ ਸਹਾਰਦੇ ਹੋ ਤੇ ਆਪਣੀ ਸ਼ਕਤੀ ਨੂੰ ਨਹੀਂ ਸੰਭਾਲਦੇ ਹੋ। 8 ਗੁਰੂ ਸਾਹਿਬਾਨਾਂ ਦਾ ਵੱਡਾ ਸ੍ਰੇਸ਼ਟ ਜਸ ਹੈ। ਇਸ ਸਮੇਂ ਆਪ ਨੇ ਇਸ ਨੂੰ ਛੋਟਾ ਕਿਉਂ ਕਰ ਦਿੱਤਾ ਹੈ? ਤੁਸੀਂ ਹੋਰ ਮਨੁੱਖਾਂ ਵਾਂਗ ਬਣ ਕੇ ਬੈਠ ਗਏ ਹੋ। ਨਿਰਬਲ ਸਮਝਣਗੇ ਤੇ ਜੱਗ ਵਿੱਚ ਵੈਸੀ ਬਦਨਾਮੀ ਹੋਵੇਗੀ। ਬਾਦਸ਼ਾਹ ਸੰਤਾਂ ਦਾ ਦੋਖੀ ਹੈ। ਇਸ ਨੂੰ ਕੋਈ ਮੂੰਹ ਭੰਨਣ ਵਾਲਾ ਵਿਅਕਤੀ ਨਹੀਂ ਮਿਲਿਆ ਹੈ। ਜੇ ਹੁਣ ਆਪ ਜੀ ਦੀ ਆਗਿਆ ਪਾਵਾਂ ਤਾਂ ਐਸੀ ਕਰਾਮਾਤ ਵਿਖਾਵਾਂਗਾ। ਜਿੰਨੇ ਵੀ ਮੁਹੰਮਦ ਦੇ ਪੈਰੋਕਾਰ ਹਨ ਸਾਰਿਆਂ ਦੇ ਇੱਕੋ ਵਾਰ ਸਿਰ ਭੰਨ ਦਿਆਂਗਾ। ਇਹ ਕਹਿਰ ਮੰਗਦੇ ਹਨ, ਕਹਿਰ ਵਿਖਾਵਾਂਗਾ। ਇਹਨਾਂ ਨੂੰ ਨਾਸ਼ ਕਰਕੇ ਇਹਨਾਂ ਦੀਆਂ ਸਫਾਂ ਹੀ ਚੁੱਕ ਦਿਆਂਗਾ। ਰਾਜਾ ਪ੍ਰਜਾ ਫਿਰ ਦੁਸ਼ਟ ਨਹੀਂ ਹੋਣਗੇ ਤੇ ਉਹ ਫਿਰ ਸੰਤਾਂ ਦਾ ਬੁਰਾ ਨਹੀਂ ਸੋਚਣਗੇ। ਜੇ ਸਾਰਿਆਂ ਨੂੰ ਮਾਰਨ ਦੀ ਆਗਿਆ ਨਹੀਂ ਦਿੰਦੇ ਹੋ, ਚਿੱਤ ਵਿੱਚ ਸਾਰੇ ਤੁਰਕਾਂ ਨੂੰ ਰੱਖਣਾ ਚਾਹੁੰਦੇ ਹੋ, ਤਾਂ ਨੀਚ ਪੁਰਖ ਜਿਹੜੇ ਸੰਤਾਂ ਨੂੰ ਦੁੱਖ ਦਿੰਦੇ ਹਨ, ਰਾਜ ਸਹਿਤ ਉਹਨਾਂ ਦਾ ਨਾਸ਼ ਕਰ ਦਿਆਂ। ਭਾਈ ਮਤੀ ਦਾਸ ਦੀ ਅਜਿਹੀ ਗੱਲ ਸੁਣ ਕੇ ਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ। ਇਸ ਨੇ ਜਿਹੜੀ ਹਿਰਦੇ ਵਿੱਚ ਸ਼ਕਤੀ ਧਾਰਨ ਕੀਤੀ ਹੈ ਉਹ ਇਸ ਪਾਸੋਂ ਜਰੀ ਨਹੀਂ ਜਾਂਦੀ ਹੈ। ਇਹ ਸਾਡੇ ਆਸ਼ੇ ਨੂੰ ਨਹੀਂ ਸਮਝਦਾ ਹੈ। ਬ੍ਰਹਮ ਗਿਆਨ ਵਿੱਚ ਇਹ ਹੁਣ ਤੱਕ ਕੱਚਾ ਹੈ। ਇਹ ਹਾਲੇ ਤੱਕ ਸਮਝਿਆ ਨਹੀਂ ਹੈ ਕਿ ਸਾਰੇ ਜਗਤ ਦਾ ਇੱਕੋ ਅਕਾਲ ਪੁਰਖ ਸੱਚਾ ਮਾਲਕ ਹੈ। ਕਿਸ ਨੂੰ ਮਾਰੀਏ, ਕੌਣ ਮਰਦਾ ਹੈ, ਸਾਰੇ ਦਿਲਾਂ ਵਿੱਚ ਇੱਕੋ ਬ੍ਰਹਮ ਵਿਆਪਕ ਹੈ। ਇਸ ਤਰ੍ਹਾਂ ਜਾਣਨ ਤੋਂ ਬਗੈਰ ਕਰਨਾ ਚਾਹੁੰਦਾ ਹੈ। ਸੇਵਾ ਦਾ ਤਪ ਕਰਕੇ ਵੱਡਾ ਤੇਜ ਧਾਰਨ ਕੀਤਾ ਹੈ। ਬ੍ਰਹਮ ਗਿਆਨ ਤੋਂ ਬਗੈਰ ਹਿਰਦੇ ਦਾ ਹੰਕਾਰ ਹਜ਼ਾਰਾਂ ਯਤਨਾਂ ਕਰਨ ਨਾਲ ਵੀ ਮਿਟਦਾ ਨਹੀਂ ਹੈ। ਹੰਕਾਰ ਰੂਪ ਚੋਰ ਭਗਤੀ ਦਾ ਧਨ ਲੁੱਟ ਲੈਂਦਾ ਹੈ। ਹੰਕਾਰ ਰੂਪੀ ਚੋਰ ਤੋਂ ਬ੍ਰਹਮ ਗਿਆਨ ਦੇ ਬਲ ਨਾਲ ਛੁਟਕਾਰਾ ਹੁੰਦਾ ਹੈ। ਜੇ ਐਸਾ ਨਾ ਹੋਏ ਤਾਂ ਕ੍ਰੋਧ ਨੂੰ ਧਾਰਨ ਕਰਦਾ ਹੈ ਤੇ ਕਰਾਮਾਤ ਕਰਕੇ ਬਹੁਤ ਲੋਕਾਂ ਨੂੰ ਮਾਰ ਦਿੰਦਾ ਹੈ। ਇਸ ਵਿੱਚੋਂ ਹੁਣ ਸ਼ਕਤੀ ਕੱਢ ਲੈਣੀ ਚਾਹੀਦੀ ਹੈ। ਫਿਰ ਨਹੀਂ ਬੋਲੇਗਾ ਤੇ ਸਾਨੂੰ ਚਿੰਤਾ ਨਹੀਂ ਰਹੇਗੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਤੇ ਭਾਈ ਮਤੀ ਦਾਸ ਨੂੰ ਪਾਸ ਬੁਲਾਇਆ ਤੇ ਕਿਹਾ, ਤੂੰ ਮੇਰਾ ਭਾਰੀ ਮਿੱਤਰ ਅਤੇ ਸਹਾਇਕ ਹੈ। ਜਿਸ ਪ੍ਰਕਾਰ ਤੂੰ ਹੁਣ ਗੱਲ ਕੀਤੀ ਹੈ ਉਹ ਤੂੰ ਕਰ ਸਕਦਾ ਹੈ। ਇਸ ਵਿੱਚ ਕੋਈ ਝੂਠ ਨਹੀਂ ਹੈ। ਸਾਰਿਆਂ ਨੂੰ ਇੱਕ ਖਿਣ ਵਿੱਚ ਮਾਰ ਸਕਦਾ ਹੈ। ਐਸੇ ਸਮੇਂ ਤੂੰ ਇਸ ਤਰ੍ਹਾਂ ਬਚਨ ਕਿਹਾ ਹੈ। ਮੈਂ ਪ੍ਰਸੰਨ ਹੋਇਆ ਹਾਂ। ਤੂੰ ਨਿੱਜੀ ਹਿੱਤ ਵੇਖਿਆ ਹੈ। ਹੁਣ ਸਾਡੀ ਇੱਛਾ ਸੁਣੋ ਤੇ ਕਰਤਾਰ ਅੱਗੇ ਨਮਸਕਾਰ ਕਰੋ। ਭਾਈ ਮਤੀ ਦਾਸ ਨੇ ਸੁਣ ਕੇ ਇਸ ਤਰ੍ਹਾਂ ਕੀਤਾ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ। ਗੁਰੂ ਜੀ ਨੇ ਤੁਰੰਤ ਸਾਰੀ ਸ਼ਕਤੀ ਖਿੱਚ ਲਈ। ਜਿਵੇਂ ਜਾਲ ਪਾ ਕੇ ਜਲ ਵਿੱਚੋਂ ਮੱਛੀ ਖਿੱਚ ਲਈਦੀ ਹੈ। ਫਿਰ ਸਤਿਗੁਰੂ ਜੀ ਨੇ ਮੁਖ ਤੋਂ ਹੱਸ ਕੇ ਕਿਹਾ, ਹੁਣ ਤੁਸੀਂ ਉਸ ਤਰ੍ਹਾਂ ਕਰੋ ਜਿਵੇਂ ਤੁਹਾਡਾ ਚਿੱਤ ਚਾਹੁੰਦਾ ਹੈ। ਭਾਈ ਮਤੀ ਦਾਸ ਜੀ ਤਦ ਵਿਚਾਰ ਕਰਦੇ ਰਹੇ। ਮੈਂ ਆਪਣੇ ਵਿੱਚ ਸ਼ਕਤੀ ਨਹੀਂ ਵੇਖੀ ਹੈ। ਸੇਵਾ ਦੇ ਤਪ ਨਾਲ ਇਕੱਠੀ ਕੀਤੀ ਸੀ। ਹੁਣ ਉਹ ਸਾਰੀ ਸਤਿਗੁਰੂ ਜੀ ਨੇ ਖਿੱਚ ਲਈ ਹੈ। ਭਾਈ ਮਤੀ ਦਾਸ ਜੀ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਹੁਣ ਤਾਂ ਮੇਰੇ ਪਾਸ ਕੁਝ ਨਹੀਂ ਰਿਹਾ ਹੈ। ਜਿਵੇਂ ਆਪ ਚਾਹੁੰਦੇ ਹੋ ਉਸ ਤਰ੍ਹਾਂ ਕਰੋ। ਭਰੇ ਸਖਣੇ ਕਰਕੇ ਸਖਣੇ ਭਰ ਦਿਓ। ਸਤਿਗੁਰੂ ਦੀ ਮਰਜ਼ੀ ਤੋਂ ਬਗੈਰ ਮੈਂ ਕਿਹਾ ਹੈ। ਉਹਨਾਂ ਨੇ ਸ਼ਕਤੀ ਖਿੱਚ ਲਈ ਹੈ। ਮੈਂ ਉਸ ਦਾ ਇਹ ਫਲ ਪਾਇਆ ਹੈ। ਹੇ ਪ੍ਰਭੂ ਜੀ, ਮੈਨੂੰ ਖਿਮਾ ਕਰੋ ਤੇ ਬਖਸ਼ ਦਿਓ। ਮੇਰੇ ਤੇ ਕਿਰਪਾ ਕਰੋ। ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਮੈਂ ਤੁਹਾਡੇ ਚਰਿੱਤਰ ਨੂੰ ਨਹੀਂ ਜਾਣਿਆ ਹੈ। ਆਪ ਜੀ ਦਾ ਅਨਾਦਰ ਵੇਖ ਕੇ ਦੁੱਖ ਮੰਨਿਆ ਸੀ, ਪਰ ਲੋਕ ਸਾਨੂੰ ਵੇਖ ਕੇ ਨਿੰਦਿਆ ਕਰਨਗੇ ਤੇ ਇਹ ਸਮਝਣਗੇ ਕਿ ਸ਼ਕਤੀਹੀਣ ਸਿੱਖ ਫਿਰਦੇ ਹਨ। ਇਹ ਗਤੀ ਮੇਰੇ ਪਾਸੋਂ ਜਰੀ ਨਹੀਂ ਜਾਂਦੀ। ਤੁਰਕ ਬਾਦਸ਼ਾਹ ਮੇਰੇ ਅੱਗੇ ਕੀ ਹੈ, ਝਟ ਖਪਾ ਦਿਆਂਗਾ। ਸ਼੍ਰੀ ਗੁਰੂ ਜੀ ਇਹ ਸੁਣ ਕੇ ਮੁਸਕਰਾਏ ਤੇ ਉਹਨਾਂ ਨੇ ਬਚਨ ਕੀਤਾ, ਹੇ ਮਤੀ ਦਾਸ, ਤੂੰ ਮੇਰਾ ਬਹੁਤ ਪਿਆਰਾ ਸਿੱਖ ਹੈ। ਫਿਰ ਵੀ ਇਹ ਗੁਪਤ ਕਹਾਣੀ ਸੁਣੋ। ਮੇਰੇ ਬਗੈਰ ਦੂਸਰਾ ਕੋਈ ਨਹੀਂ ਜਾਣਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਰਾਜ ਦਾਨ ਵਿੱਚ ਦਿੱਤਾ ਸੀ। ਉਹ ਮੋੜਿਆ ਨਹੀਂ ਜਾ ਸਕਦਾ। ਇਸ ਕਰਕੇ ਅਸੀਂ ਹੁਣ ਸਿਰ ਦੇਵਾਂਗੇ ਤੇ ਸਿਰ ਦੇ ਕੇ ਇਹਨਾਂ ਨੂੰ ਝੂਠੇ ਕਰਾਂਗੇ ਤੇ ਦਿੱਤੀ ਹੋਈ ਵਸਤੂ ਫਿਰ ਆਪਣੀ ਮੁੱਠੀ ਵਿੱਚ ਮੋੜ ਲਵਾਂਗੇ। ਜੇ ਅਸੀਂ ਹੁਣ ਇੱਥੇ ਸਿਰ ਨਹੀਂ ਦਿਆਂਗੇ ਤਾਂ ਸਾਡੇ ਦੇਸ਼ ਵਿੱਚ ਤੁਰਕਾਂ ਦਾ ਮਹਾਨ ਰਾਜ ਰਹੇਗਾ। ਤਦ ਅਸੀਂ ਬਹੁਤ ਵੱਡਾ ਅਪਰਾਧ ਕਮਾਵਾਂਗੇ। ਸਿਰ ਦੇਣ ਤੋਂ ਬਾਅਦ ਅਸੀਂ ਇਹਨਾਂ ਦੀਆਂ ਜੜ੍ਹਾਂ ਪੁੱਟ ਦਿਆਂਗੇ। ਇਹ ਚੰਗੀ ਗੱਲ ਹੈ ਕਿ ਨਹੀਂ? ਕ੍ਰੋਧ ਕਰਕੇ ਤੂੰ ਹਿਰਦੇ ਵਿੱਚ ਪਛਤਾ ਰਿਹਾ ਹੈ। ਇਸ ਤਰ੍ਹਾਂ ਸਮਝੋ, ਹਿਰਦੇ ਵਿੱਚ ਆਨੰਦ ਸਹਿਤ ਰਹੋ
ਨਾ ਗੁੱਸਾ ਕਰੋ ਅਤੇ ਨਾ ਹੀ ਜ਼ਿਆਦਾ ਪਛਤਾਵਾ ਤੇ ਫਿਕਰ ਕਰੋ। ਭਾਈ ਮਤੀ ਦਾਸ ਨੇ ਵੱਡਾ ਭੇਦ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉਸ ਦਾ ਹਿਰਦਾ ਆਨੰਦ ਨਾਲ ਭਰ ਗਿਆ। ਸਭ ਵਿਧੀਆਂ ਨਾਲ ਮੁਲਾਣੇ ਨੇ ਇਹ ਗੱਲਬਾਤ ਸੁਣੀ ਅਤੇ ਵੇਖੀ ਤੇ ਉਸ ਸਮੇਂ ਨੌਰੰਗੇ ਦੇ ਪਾਸ ਚਲੇ ਗਿਆ। ਤੁਰੰਤ ਨੌਰੰਗੇ ਨੂੰ ਸਾਰਾ ਬਿਰਤਾਂਤ ਸੁਣਾਇਆ ਅਤੇ ਭਾਈ ਮਤੀ ਦਾਸ ਦੇ ਸਵਾਲ ਜਵਾਬ ਬਾਰੇ ਵੀ ਦੱਸਿਆ। ਨੌਰੰਗਾ ਇਹ ਸੁਣ ਕੇ ਤਨ ਮਨ ਤੋਂ ਵਿਸ਼ੇਸ਼ ਤੌਰ ਤੇ ਸੜ ਗਿਆ। ਫਿਰ ਬੜਾ ਕ੍ਰੋਧ ਭਰ ਕੇ ਬੋਲਿਆ। ਮਤੀ ਦਾਸ ਨੂੰ ਬੁਲਾ ਲਿਆ ਤੇ 2 ਤਖਤਿਆਂ ਵਿੱਚ ਬੰਨ੍ਹ ਦਿੱਤਾ। ਫਿਰ ਜੱਲਾਦ ਨੂੰ ਹੁਕਮ ਸੁਣਾਇਆ ਤੇ ਉਸਨੇ ਆਰਾ ਲੈ ਕੇ ਭਾਈ ਮਤੀ ਦਾਸ ਦੇ ਸਿਰ ਤੇ ਧਰ ਦਿੱਤਾ। ਭਾਈ ਮਤੀ ਦਾਸ ਜੀ ਨੂੰ ਅੱਧੋ ਅੱਧ ਚੀਰ ਦਿੱਤਾ ਤੇ ਉਹ 2 ਫਾੜ ਹੋ ਕੇ ਧਰਤੀ ਤੇ ਡਿੱਗ ਪਏ। ਉਹ ਦੋਵਾਂ ਸਰੀਰਾਂ ਨਾਲ ਸ਼੍ਰੀ ਜਪਜੀ ਸਾਹਿਬ ਪੜ੍ਹ ਰਹੇ ਸਨ। ਸਾਰੇ ਵੇਖ ਕੇ ਬਹੁਤ ਹੈਰਾਨ ਹੋ ਰਹੇ ਸਨ। ਕਹਿੰਦੇ ਸਨ 2 ਖੰਡ ਹੋ ਕੇ ਕੋਈ ਜਿਉਂਦਾ ਨਹੀਂ ਰਹਿੰਦਾ। ਇਹ ਤਾਂ ਇੰਜ ਪਾਠ ਕਰਦੇ ਹਨ ਜਿਵੇਂ ਕੋਈ ਜਿਉਂਦਾ ਹੁੰਦਾ ਹੈ। ਫਿਰ ਦੋਵਾਂ ਸਰੀਰਾਂ ਨੇ ਸ਼੍ਰੀ ਜਪਜੀ ਸਾਹਿਬ ਦਾ ਭੋਗ ਪਾਇਆ ਤੇ ਗੁਰੂ ਜੀ ਦਾ ਪ੍ਰੇਮੀ ਗੁਰਪੁਰੀ ਵਿੱਚ ਪਹੁੰਚ ਗਿਆ। ਭਾਈ ਮਤੀ ਦਾਸ ਨੇ ਉੱਤਮ ਗਤੀ ਪ੍ਰਾਪਤ ਕੀਤੀ। ਜਿਨ੍ਹਾਂ ਨੇ ਗੁਰੂ ਜੀ ਦੇ ਅਸਚਰਜ ਚਰਿੱਤਰ ਨੂੰ ਜਾਣਿਆ। ਗੁਰੂ ਜੀ ਮਹਾ ਗੰਭੀਰ ਅਤੇ ਧਰਤੀ ਵਾਂਗ ਧੀਰਜਵਾਨ ਹਨ। ਕੋਈ ਵੀ ਸਤਿਗੁਰੂ ਜੀ ਦੀ ਕਰਨੀ ਨੂੰ ਸਮਝ ਨਹੀਂ ਸਕਦਾ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 54ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।